It's calling me like the rainbow, the rainbow. ਇਹ ਵਿਊ ਬਿਲਾਸਪੁਰ ਦਾ ਹੈ ਜੀ। ਮਨਾਲੀ ਨੂੰ ਜਾਂਦੇ ਹੋਏ ਰਸਤੇ ਵਿੱਚ ਇੱਕ ਜਗ੍ਹਾ ਰੁਕੇ ਸੀਗੇ, ਬਹੁਤ ਅੱਛਾ ਵਿਊ ਲੱਗਿਆ, ਸੋ ਇਹਨੂੰ ਕੈਪਚਰ ਕੀਤਾ। ਇਹ ਵਿਊ ਸੋਲਾਂਗ ਵੈਲੀ ਦਾ ਹੈ ਜੀ। ਮੈਂ ਸਵਿਟਜ਼ਰਲੈਂਡ ਤੱਕ ਕਦੇ ਗਿਆ ਨਹੀਂ, ਪਰ ਇਸ ਨੂੰ ਦੇਖ ਕੇ ਇੰਝ ਹੀ ਲੱਗ ਰਿਹਾ ਸੀ ਕਿ ਮੈਂ ਸਵਿਟਜ਼ਰਲੈਂਡ ਦੇ ਵਿੱਚ ਹੀ ਹਾਂ। ਇਸ ਤਰੀਕੇ ਦੀ ਨੈਚੁਰਲ ਬਿਊਟੀ, ਕਲਰਫੁਲ, ਫੋਟੋਜੈਨਿਕ ਮੈਂ ਤੇ ਨਹੀਂ ਪਹਿਲਾਂ ਦੇਖਿਆ ਸੀ ਆਪਣੀ ਲਾਈਫ 'ਚ। ਇਹ ਸੋਲਾਂਗ ਵੈਲੀ ਜੋ ਕਿ ਪਹਾੜਾਂ ਦੇ ਵਿੱਚ ਘਿਰੀ ਹੋਈ ਹੈ, ਪਹਾੜ, ਬਰਫ਼ ਦੀ ਚਾਦਰ ਪਹਾੜਾਂ ਦੇ ਉੱਪਰ, ਤੇ ਇਹ ਵਿਊ ਹੋਰ ਵੀ ਬਹੁਤ ਸੁੰਦਰ ਹੋ ਜਾਂਦਾ ਹੈ। ਇਹ ਮਾਰਨਿੰਗ ਦਾ ਵਿਊ ਸੀਗਾ ਜੀ, ਅੱਛਾ ਲੱਗੇਗਾ ਤੁਹਾਨੂੰ। ਆ ਲਓ ਜੀ, ਆ ਗਈ ਟਨਲ। ਮੋਦੀ ਸਾਹਿਬ ਜਿਹੜੇ ਕੈਮਰੇ ਵੱਲ ਦੇਖ ਕੇ ਹੱਥ ਹਿਲਾ ਕੇ ਉਦਘਾਟਨ ਕਰਕੇ ਗਏ ਸੀ। ਲਓ ਭਾਈ, ਕਰ ਲਓ ਦਰਸ਼ਨ। ਇਹ ਨਾ ਕਿ ਅਸੀਂ ਗਏ ਸੀ ਤੇ ਤੁਹਾਨੂੰ ਦਰਸ਼ਨ ਨਹੀਂ ਕਰਿਆ। 9 ਕਿਲੋਮੀਟਰ ਦੀ ਟਨਲ ਉੱਤਰਦੇ ਸਾਰੀ ਦਿਖੇ ਚਿੱਟੇ ਚਿੱਟੇ ਪਹਾੜ, ਬਰਫ਼ ਨਾਲ ਲੱਦੇ ਹੋਏ ਪੂਰੇ। ਇੰਨੀ ਬਰਫ਼ ਜ਼ਿਆਦਾ ਹਿਮਾਚਲ ਦਾ ਜਾਂ ਫਿਰ ਪੰਜਾਬ 'ਚ, ਸਾਡੇ ਗਲਾਸਾਂ ਤਾਂ ਇੱਥੇ ਤੁਹਾਡਾ। ਸ਼ਿੰਖਲਾ ਨੂੰ ਜਾਣ ਤੋਂ ਪਹਿਲਾਂ ਇਹ ਇੱਕ ਸ਼ਾਰਟ ਟ੍ਰਿਪ ਕੱਢਿਆ ਸੀਗਾ। ਇਸ ਦਾ ਕਾਰਨ ਇਹ ਸੀਗਾ ਕਿ ਬੋਡੀ ਦਾ ਟੈਂਪਰੇਚਰ ਤੇ ਬੋਡੀ ਨੂੰ ਕਲਾਈਮੇਟਾਈਜ਼ ਕਰ ਲਿਆ ਜਾਵੇ। ਇਸੇ ਕਰਕੇ 2 ਦਿਨ ਪਹਿਲੇ ਸੋਲਾਂਗ ਤੋਂ ਰੋਹਤਾਂਗ ਪਾਸ ਵੱਲ ਅਸੀਂ ਗਏ ਸੀਗੇ, ਕੁਝ ਬੋਡੀ ਯੂਜ਼ ਟੂ ਹੋ ਜਾਏ। ਇਹ ਉਸ ਟਾਈਮ ਦੇ ਕਲਿੱਪਸ ਨੇ ਸਾਰੇ। ਇੱਥੇ ਬਰਫ਼ ਨਹੀਂ, ਸਨੋ ਨਹੀਂ ਸੀ ਇਸ ਟਾਈਮ, ਬਟ ਤੁਸੀਂ ਦੇਖੋਗੇ ਨੈਕਸਟ ਕਲਿੱਪ ਜਦੋਂ ਹੀ ਸਟਾਰਟ ਹੋਣਗੇ ਤੇ ਟਨਲ ਤੋਂ ਬਾਅਦ ਕਾਫੀ ਬਰਫ਼ 2 ਦਿਨ ਦੇ ਵਿੱਚ ਬਿਲਕੁਲ ਹੀ ਆਲਮੋਸਟ ਕਹਿ ਲਓ ਚਿੱਟਾ ਹੋ ਗਿਆ ਸੀਗਾ ਸਾਰਾ। ਬਹੁਤ ਹੀ ਹੈਵੀ ਸਨੋ ਹੋਣੀ ਸ਼ੁਰੂ ਹੋ ਗਈ ਸੀ। ਅੱਗੇ ਜਾ ਕੇ ਤੁਹਾਨੂੰ ਦੇਖਣ ਨੂੰ ਮਿਲੇਗੀ। ਦੋ ਦਿਨ ਬਾਅਦ ਦਾ ਵਿਊ ਹੈ ਜੀ। ਲੇਹ ਨੂੰ ਜਾਂਦੇ ਹੋਏ ਅਟਲ ਟਨਲ ਬੰਦ ਕਰ ਦਿੱਤੀ ਗਈ ਸੀ ਹੈਵੀ ਸਨੋ ਹੋਣ ਦੇ ਕਾਰਨ। ਵੇਟ ਕਰ ਰਹੇ ਸਾਰੇ ਜਾਣੇ ਕਿ ਕਦ ਖੁੱਲ੍ਹੇਗੀ ਤੇ ਅਸੀਂ ਕਦ ਜਾਵਾਂਗੇ ਉਸ ਪਾਸੇ। ਜੋ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਜੀ, 2 ਦਿਨ ਬਾਅਦ ਅਟਲ ਟਨਲ ਤੋਂ ਨਿਕਲਦੇ ਸਾਰ ਹੀ ਕੰਪਲੀਟਲੀ ਚੇਂਜ ਹੋ ਗਿਆ ਸੀ ਸਾਰਾ ਸੀਨ। ਇਸ ਤਰੀਕੇ ਦਾ ਹੈਵੀ ਸਨੋ ਹੋ ਚੁੱਕੀ ਸੀ। ਅੱਗੇ ਜਾਣ ਵੀ ਨਹੀਂ ਦੇ ਰਹੇ ਸੀ, ਚੈਕਿੰਗ ਵੀ ਟਾਈਟ ਸੀ ਪੂਰੀ। ਕਹਿ ਕੁਆ ਕੇ, ਕਿਉਂਕਿ 4x4 ਕਾਰ ਸੀਗੀਆਂ ਸਾਰੀਆਂ, ਇਸ ਕਰਕੇ ਇਹਨਾਂ ਨੇ ਜਾਣ ਦਿੱਤਾ। ਸਨੋ ਦਾ ਲੈਵਲ ਤੁਸੀਂ ਦੇਖ ਸਕਦੇ ਹੋ ਵੀ ਰਹੀ ਸੀ ਕਰੰਟ ਟਾਈਮ ਤੇ ਸਨੋ। ਅੱਗੇ ਜਾ ਕੇ ਤੁਸੀਂ ਦੇਖੋਗੇ ਕਿ ਸਨੋ ਦਾ ਲੈਵਲ ਜੋ ਹੌਲੀ ਹੌਲੀ ਵੱਧਦਾ ਹੀ ਜਾ ਰਿਹਾ ਸੀ। ਅੱਗੇ ਦੀ ਜਰਨੀ ਅੱਗੇ ਜਾ ਕੇ ਹੌਲੀ ਹੌਲੀ ਦੇਖਦੇ ਰਹੋ। ਇਹ ਸੇਮ ਬ੍ਰਿਜ ਹੈ ਜੀ ਜੋ 2 ਦਿਨ ਪਹਿਲੇ ਕ੍ਰੋਸ ਕੀਤਾ ਸੀ, ਜਿਸ ਦਾ ਕਿ ਫਲੋਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਬਰਫ਼ ਨਾਲ ਢੱਕ ਗਿਆ ਹੈ। ਇਹ ਬ੍ਰਿਜ ਕ੍ਰੋਸ ਕਰਦੇ ਸਾਰ ਹੀ ਰਾਈਟ ਸਾਈਡ ਨੂੰ ਰੋਹਤਾਂਗ ਪਾਸ ਦਾ ਰਸਤਾ ਹੈ ਤੇ ਲੈਫਟ ਨੂੰ ਜਾਈਏ ਤਾਂ ਲਾਹੌਲ, ਸਪੀਤੀ, ਜਿਸਪਾ, ਸ਼ਿੰਖਲਾ, ਲੇਹ, ਲਦਾਖ
ਉਸ ਤਰਫ ਦਾ ਟਰੈਕ ਹੈ। ਮੇਰੀ ਖੁਸ਼ਕਿਸਮਤੀ ਇਹ ਸੀਗੀ ਕਿ ਮੈਂ ਜਿਨ੍ਹਾਂ ਸਾਥੀਆਂ ਦੇ ਨਾਲ ਗਿਆ ਸੀਗਾ, ਟੋਟਲ 8 ਕਾਰਾਂ ਸੀਗੀਆਂ, ਜਿਨ੍ਹਾਂ ਵਿੱਚੋਂ ਮੇਰੇ ਵਾਲੀ ਛੱਡ ਕੇ ਬਾਕੀ ਸਾਰੇ ਪ੍ਰੋਫੈਸ਼ਨਲ ਰੈਲੀ ਡਰਾਈਵਰ ਸੀਗੇ, ਰੇਸ ਡਰਾਈਵਰ ਸੀਗੇ, ਕੁਝ ਇੰਡੀਆ ਨੂੰ ਰਿਪਰੈਜ਼ੈਂਟ ਕਰ ਚੁੱਕੇ ਸੀਗੇ। ਉਹਨਾਂ ਨੇ ਬਹੁਤ ਹੀ ਅੱਛਾ ਹੈਂਡਲ ਕੀਤਾ, ਕਿਉਂਕਿ ਇੱਕ ਵੀਕ ਡਰਾਈਵਰ ਸੀ ਮੇਰੇ ਵਰਗਾ, ਹਮੇਸ਼ਾ ਕੌਨਵੇ ਦੇ ਵਿੱਚ ਨਾਲ ਲੈ ਕੇ ਚੱਲਦੇ ਸਨ। ਲੋ ਜੀ, ਕਾਫਲਾ ਇਕੱਠਾ ਹੋਣ ਤੋਂ ਬਾਅਦ ਇੱਕ ਵਾਰੀ ਫਿਰ ਜਰਨੀ ਸਟਾਰਟ ਹੋਈ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜੀਆਂ ਬਾਕੀ ਦੀਆਂ ਕਾਰਸ ਨੇ ਉਹਨਾਂ ਦੇ ਨਾਲ ਹੀ ਰਹੀਏ, ਉਹਨਾਂ ਦੇ ਨੇੜੇ ਤੇੜੇ ਹੀ ਰਹੀਏ, ਕਿਉਂਕਿ ਉਹ ਬਹੁਤ ਹੀ ਐਕਸਪਰਟ ਸੀਗੇ, ਬਹੁਤ ਹੀ ਫਰੀडम ਨਾਲ ਗੱਡੀਆਂ ਚਲਾ ਰਹੇ ਸੀਗੇ। ਕਾਫੀ ਮੁਸ਼ਕਿਲ ਹੋ ਰਹੀ ਸੀ ਉਹਨਾਂ ਦੇ ਨਾਲ ਸਾਨੂੰ ਮੈਚ ਕਰਨ ਦੇ ਵਿੱਚ। ਫਿਰ ਵੀ ਆਪਣੀ ਕੋਸ਼ਿਸ਼ ਅਸੀਂ ਆਪਣੇ ਵੱਲੋਂ ਕਰੀ ਜਾ ਰਹੇ ਸੀ, ਬਟ ਹੌਲੀ ਹੌਲੀ ਉਹ ਕਾਰਸ ਤੁਸੀਂ ਦੇਖ ਰਹੇ ਹੋ ਕਿ ਕਾਫੀ ਦੂਰ ਲੰਘ ਗਈਆਂ। ਫਿਰ ਅਸੀਂ ਆਪਣੇ ਅਕੋਰਡਿੰਗ ਹੀ, ਆਪਣੀ ਕਪੈਸਿਟੀ ਦੇ ਅਕੋਰਡਿੰਗ ਹੀ ਹੌਲੀ ਕਾਰ ਚਲਾਉਂਦੇ ਰਹੇ, ਜਿੰਨੀ ਇੱਕ ਸ਼ਮਤਾ ਸੀ, ਕਿਉਂਕਿ ਐਕਸਪਰਟੀਜ਼ ਹੈ ਨਹੀਂ ਸੀ ਉਨੀ। ਬਰਫ਼ ਪਈ ਜਾ ਰਹੀ ਸੀ ਲਗਾਤਾਰ, ਗੱਡੀਆਂ ਦੂਸਰੇ ਪਾਸਿਓਂ ਵੀ ਆ ਰਹੀਆਂ ਸੀਗੀਆਂ, ਓਵਰਟੇਕ ਕ੍ਰੋਸਿੰਗ ਵੀ ਕਰਵਾਉਣੀ ਸੀ ਉਹਨਾਂ ਨੂੰ। ਉਸ ਦੇ ਚੱਕਰ 'ਚ ਅਸੀਂ ਆਪਣੇ ਹੌਲੀ ਧਿਆਨ ਦੇ ਨਾਲ, ਬਿਨਾਂ ਕੋਈ ਵੱਡਾ ਰਿਸਕ ਲੈਂਦੇ ਹੋਏ ਸਲੋ ਆਪਣੇ ਕਪੈਸਿਟੀ ਦੇ ਅਕੋਰਡਿੰਗ ਹੀ ਚੱਲਦੇ ਜਾ ਰਹੇ ਸੀ। ਪਰ ਬੋਰ ਬਿਲਕੁਲ ਨਹੀਂ ਹੋ ਰਹੇ ਸੀ, ਕਿਉਂਕਿ ਆਸੇ-ਪਾਸੇ ਦਾ ਮਾਹੌਲ, ਜੋ ਬਰਫ਼ ਦਾ ਲੈਵਲ ਤੇ ਜੋ ਐਕਸਾਈਟਮੈਂਟ ਸੀ, ਉਹ ਬਿਲਕੁਲ ਹੀ ਬਿਆਨ ਸ਼ਬਦਾਂ ਵਿੱਚ ਕਰਨੀ ਬਹੁਤ ਮੁਸ਼ਕਿਲ ਹੈ। ਬਹੁਤ ਹੀ ਖੂਬਸੂਰਤ ਨਜ਼ਾਰਾ ਸੀ। ਪਾਣੀ ਇੰਨਾ ਹੀ ਅੱਧਾ ਗਿੰਚ ਪਾਣੀ ਉਹਦੇ ਵਿੱਚ ਪ੍ਰੈਸ਼ਰ ਕਰਦਾ ਗੱਡੀ ਰੋੜ ਜਾਂਦੀ ਹੈ। ਆਸੇ-ਪਾਸੇ ਦਾ ਨਜ਼ਾਰਾ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਹੋਰ ਹੀ ਦੁਨੀਆ 'ਚ ਆ ਗਏ ਹੋਵਾਂਗੇ ਅਸੀਂ। ਤਾਜ਼ਾ ਬਰਫ਼ ਪੈਣ ਦੇ ਨਾਲ ਬਰਫ਼, ਘਰ, ਰੋਡ ਸਾਈਡ ਜੋ ਵੀ ਦਿਖ ਰਿਹਾ ਸੀ, ਬਿਲਕੁਲ ਹੀ ਬਰਫ਼ ਨਾਲ ਢਕਿਆ ਮਿਲ ਰਿਹਾ ਸੀ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਸਭ ਕੁਝ ਹੀ ਰੁਕ ਗਿਆ ਹੈ, ਸਮਾਂ ਵੀ ਰੁਕ ਗਿਆ ਹੈ, ਬਸ ਅਸੀਂ ਹੀ ਚੱਲ ਰਹੇ ਹਾਂ, ਚੱਲਦੇ ਜਾ ਰਹੇ ਹਾਂ। ਇਹ ਰੁੱਖ, ਹਵਾ, ਸਭ ਕੁਝ ਹੀ ਰੁਕਿਆ ਜਾਪ ਰਿਹਾ ਸੀ। ਸਮਝ ਹੀ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ। ਤੇ ਇਸ ਤੋਂ ਬਾਅਦ ਸ਼ੁਰੂ ਹੋਇਆ ਮੁਸ਼ਕਿਲਾਂ ਦਾ ਅਸਲੀ ਦੌਰ। ਹਾਲੇ ਤੱਕ ਜਿੰਨੀ ਮੁਸ਼ਕਿਲ ਆਈ ਸੀ ਉਹ ਕੁਝ ਵੀ ਨਹੀਂ ਸੀ। ਇਸ ਤੋਂ ਬਾਅਦ ਅੱਗੇ ਬਸ ਮੁਸ਼ਕਿਲਾਂ ਦੇ ਕਹਿ ਲਓ ਪਹਾੜ ਹੀ ਟੁੱਟ ਪਏ ਸੀ। ਇੱਕ ਲਿੰਕ ਰੋਡ ਇਸ ਤੋਂ ਸਾਈਡ 'ਤੇ ਜਾ ਰਿਹਾ ਸੀ, ਜਿੱਥੇ ਕਿ ਲੋਕਲ ਇੱਕ ਬੰਦਾ ਸਾਡੇ ਨਾਲ ਸੀ, ਉਸਨੇ ਦੱਸਿਆ ਕਿ ਉੱਥੇ ਹੈਲੀਪੈਡ ਹੈ। ਤੇ ਹੈਲੀਪੈਡ ਦੇਖਦੇ ਹੀ ਸਾਰੇ ਬਹੁਤ ਹੀ ਐਕਸਾਈਟਿਡ ਹੋ ਗਏ, ਕਿਉਂਕਿ ਉਹਨਾਂ ਨੂੰ ਇੱਕ ਪਲੇਨ ਟਰੈਕ ਮਿਲ ਗਿਆ ਜਿਸ ਦੇ ਉੱਪਰ ਬਰਫ਼ ਪਈ ਹੋਈ ਸੀ, ਜੋ ਕਿ ਬੈਸਟ ਹੈ ਡਰਿਫਟ ਕਰਨ ਵਾਸਤੇ। ਤੇ ਆਪਣੀ ਡਰਿਫਟ ਲਈ ਉਹਨਾਂ ਨੇ ਕਾਰ ਨੀਚੇ ਉਤਾਰ ਲਈਆਂ। ਅਫਸੋਸ ਸਾਨੂੰ ਇਹ ਵਾਲੀ ਕਾਰ ਇੱਥੇ ਹੀ ਪਾਰਕ ਕਰਕੇ ਜਾਣਾ ਪਿਆ। ਇੱਕ ਵਾਰੀ ਫਿਰ ਕਾਫਲਾ ਅੱਗੇ ਨੂੰ ਵੱਧਦਾ ਹੋਇਆ। Tutti fai a carne. Tutti fai. ਜਿੱਥੇ ਤੱਕ ਵੀ ਨਿਗਾਹ ਜਾ ਰਹੀ ਸੀ ਬਸ ਵਾਈਟ ਹੀ ਨਜ਼ਰ ਆ ਰਿਹਾ ਸੀ। ਨੇੜੇ ਤੋਂ ਲੈ ਕੇ ਦੂਰ ਤੱਕ ਜਿੱਥੇ ਵੀ ਅੱਖ ਦੇਖ ਸਕਦੀ ਸੀ ਸਿਰਫ ਵਾਈਟ ਹੀ ਨਜ਼ਰ ਆ ਰਿਹਾ ਸੀ। ਸਭ ਕੁਝ ਚੁੱਪ ਸੀ, ਸਨਾਟਾ ਸੀ, ਸਿਰਫ ਬਰਫ਼ ਪੈ ਰਹੀ ਸੀ ਤੇ ਬਰਫ਼ ਦਾ ਸ਼ੋਰ ਸੀ।
ਇੰਜ ਲੱਗ ਰਿਹਾ ਸੀ ਜਿਵੇਂ ਪਹਾੜ, ਪੇੜ ਪੌਦੇ, ਸਾਰੇ ਆਸੇ-ਪਾਸੇ ਦਾ ਵਾਤਾਵਰਨ ਬਰਫ਼ ਦੀ ਚਾਦਰ ਲੈ ਕੇ ਗੂੜੀ ਨੀਂਦ 'ਚ ਸੌਂ ਗਿਆ ਹੋਵੇ। ਜਿਵੇਂ ਜਿਵੇਂ ਅਸੀਂ ਹਾਈਟ ਵੱਲ ਵੱਧਦੇ ਜਾ ਰਹੇ ਸੀ, ਟੈਂਪਰੇਚਰ ਘਟਦਾ ਜਾ ਰਿਹਾ ਸੀ, ਸਨੋ ਦਾ ਲੈਵਲ ਵੱਧਦਾ ਜਾ ਰਿਹਾ ਸੀ, ਸਨੋ ਦਾ ਪੈਣ ਦਾ ਤਰੀਕਾ ਵੀ ਵੱਧਦਾ ਜਾ ਰਿਹਾ ਸੀ। ਪੂਰੇ ਜਰਨੀ 'ਚ ਇਹ ਦੇਖਿਆ ਕਿ ਕਿਵੇਂ ਇੱਕ ਬਾਰਿਸ਼ ਦੀ ਬੂੰਦ, ਸੇਮ ਬੂੰਦ ਹੌਲੀ ਹੌਲੀ ਇੱਕ ਰੂਹ ਵਰਗੀ ਬਰਫ਼ 'ਚ ਕਨਵਰਟ ਹੋ ਗਈ ਹੈ ਬ੍ਰੇਕ ਤੋਂ ਪੈਰ ਤੇ ਚੱਕਣਾ ਬਹੁਤ ਹੀ ਸਲੋ ਨੀਚੇ ਆ ਰਹੀ ਸੀ। ਸਿਰਫ ਚੱਕਰ ਇਸ ਤਰੀਕੇ ਦਾ ਮਾਹੌਲ ਦੇਖ ਕੇ ਦਿਮਾਗ 'ਚ ਲਾਈਨਾਂ ਯਾਦ ਆ ਰਹੀਆਂ ਸੀ। ਸੋ ਗਿਆ ਇਹ ਜਹਾਂ, ਸੋ ਗਿਆ ਆਸਮਾਂ, ਸੋ ਗਈ ਹੈ ਸਾਰੀ ਮੰਜ਼ਿलें, ਸੋ ਗਿਆ ਇਹ ਰਸਤਾ। ਚਲਦੀ ਕਾਰ ਵਿੱਚ ਜਦ ਵੀ ਖੱਬੇ ਪਾਸੇ ਦੇਖਦੇ ਸੀ, ਸਾਹ ਤਾਂ ਸੁੱਕਦਾ ਹੀ ਸੀ, ਇੱਕ ਵਾਰੀ ਰੱਬ ਵੀ ਯਾਦ ਆ ਜਾਂਦਾ ਸੀ। ਮੱਲੋ ਮੱਲੀ ਮੂੰਹੋਂ ਵਾਹਿਗੁਰੂ ਕਹਿਣ ਨੂੰ ਜੀ ਕਰਦਾ ਸੀ। ਜਿੱਥੇ ਨਜ਼ਾਰਾ ਆ ਰਿਹਾ ਸੀ, ਐਕਸਾਈਟਮੈਂਟ ਵੀ ਆ ਰਹੀ ਸੀ, ਕਿਤੇ ਨਾ ਕਿਤੇ ਥੋੜਾ ਡਰ ਵੀ ਲੱਗ ਰਿਹਾ ਸੀ। ਸਭ ਤੋਂ ਜ਼ਿਆਦਾ ਕਿਉਂਕਿ ਸਾਰੀਆਂ ਕਾਰ ਦੇ ਵਿੱਚ ਵਾਕੀ ਟੋਕੀ ਦਿੱਤਾ ਹੋਇਆ ਸੀਗਾ, ਇਨ ਕੇਸ ਐਮਰਜੈਂਸੀ ਜਾਂ ਕੁਝ ਵੀ ਦਿੱਕਤ ਆਉਂਦੀ ਆ। ਬਾਰ-ਬਾਰ ਅੱਗੇ ਵਾਲੇ ਸਭ ਤੋਂ ਜ਼ਿਆਦਾ ਸਾਡਾ ਹੀ ਧਿਆਨ ਰੱਖ ਰਹੇ ਸੀ, ਸਾਡੇ ਬਾਰੇ ਹੀ ਪੁੱਛ ਰਹੇ ਸੀ ਕਿ ਭਾਈ ਉਹ ਨਾਲ ਹੈਗੇ ਨੇ, ਕਿੰਨੇ ਕੁ ਪਿੱਛੇ ਨੇ। ਸੋ ਇੱਕ ਬਹੁਤ ਵੱਡੀ ਹੈਲਪ ਸੀ ਇਹਨਾਂ ਸਾਰਿਆਂ ਦਾ ਨਾਲ ਹੋਣਾ। Second, please, Scorpio. आगे जाना बोलो। ਦੇਖਦੇ ਹੀ ਦੇਖਦੇ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਸੀ। ਕ੍ਰੋਸਿੰਗ ਕਰਾਣੀ ਕਾਰ ਦੀ ਵੀ ਮੁਸ਼ਕਿਲ ਹੋ ਰਹੀ ਸੀ ਕਿਉਂਕਿ ਸਨੋ ਬਹੁਤ ਹੀ ਜ਼ਿਆਦਾ ਪੈ ਗਈ ਸੀ। ਬਹੁਤ ਸਾਰੀਆਂ ਕਾਰ ਫਸਣਾ ਰੁਕਣਾ ਸ਼ੁਰੂ ਹੋ ਗਈਆਂ ਸੀ, ਜੋ 2 ਵੀਲ ਡਰਾਈਵ ਸੀ ਜਾਂ ਛੋਟੀਆਂ ਕਾਰਾਂ ਸੀਗੀਆਂ। ਇਹ ਸਾਡੇ ਵਾਲੀ ਕਾਰ ਨਾਲ ਵੀ ਸੇਮ ਹੋਇਆ, ਇੱਕ ਪੁਆਇੰਟ ਤੇ ਆ ਕੇ ਇਹ ਵੀ ਦਮ ਤੋੜ ਗਈ, ਸਕਿਡ ਕਰਨ ਲੱਗ ਗਈ ਸੀ, ਸਲਿੱਪ ਕਰਨ ਲੱਗ ਗਈ ਸੀ ਤੇ ਅੰਤ ਵਿੱਚ ਹਾਰ ਕੇ ਸਾਨੂੰ ਇਸ ਨੂੰ ਟੋ ਹੀ ਕਰਨਾ ਪਿਆ। ਕਿਉਂਕਿ ਪਹਿਲਾਂ ਵੀ ਦੱਸਿਆ ਸੀ, ਸਾਰੇ ਪ੍ਰੋਫੈਸ਼ਨਲ ਰਾਈਡਰ ਸੀਗੇ, ਸਾਰਾ ਇਕਵਿਪਮੈਂਟ, ਹਰ ਇੱਕ ਸਮਾਨ ਨਾਲ ਸੀ, ਇਸ ਕਰਕੇ ਇਹਨਾਂ ਦੇ ਕਰਕੇ ਹੀ ਸਾਰਾ ਪੋਸੀਬਲ ਹੋਇਆ। ਬਟ ਇਹ ਸਿਲਸਿਲਾ ਜ਼ਿਆਦਾ ਦੇਰ ਨਹੀਂ ਚੱਲ ਪਾਇਆ ਕਿਉਂਕਿ ਇੱਕ ਵਾਰ, 2 ਵਾਰ, 3 ਵਾਰ ਜਦੋਂ ਬਾਰ-ਬਾਰ ਸਕਿਡ ਸਲਿਪ ਕਰਕੇ ਫਸ ਕੇ ਟੋ ਹੋਣ ਲੱਗੀ ਤਾਂ ਸਾਨੂੰ ਇਹ ਕਾਰ ਮਜਬੂਰੀ ਦੇ ਤੌਰ ਤੇ ਇੱਕ ਸਾਈਡ ਤੇ ਪਾਰਕ ਕਰਨੀ ਪਈ ਤੇ ਬਾਕੀ ਦੀ ਜਰਨੀ ਮੈਂ ਦੂਸਰੀ ਕਾਰ ਦੇ ਵਿੱਚ ਹੀ ਤੈਅ ਕੀਤੀ। ਸਾਨੂੰ ਥੋੜੀ ਦੂਰ ਜਾ ਕੇ ਹੀ 20 ਕਿਲੋਮੀਟਰ ਦੀ ਦੂਰੀ ਹੀ ਤੈਅ ਕੀਤੀ ਸੀ ਕਿ ਵਾਪਸ ਮੁੜਨਾ ਪਿਆ। ਸਨੋ ਦਾ ਲੈਵਲ ਬਹੁਤ ਹੀ ਜ਼ਿਆਦਾ ਵੱਧ ਗਿਆ ਸੀ, ਫੈਮਿਲੀਜ਼ ਤੇ ਬੱਚੇ ਵੀ ਨਾਲ ਸਨ। ਇੱਕ ਆਪਸ਼ਨ ਸੀ ਜਾਂ ਤਾਂ ਅੱਗੇ ਜਾਂਦੇ ਤਾਂ ਜਾਂ ਫਿਰ ਟੈਂਟਿੰਗ ਕੈਂਪਿੰਗ ਕਰਦੇ, ਕਿਉਂਕਿ ਲੇਡੀਜ਼ ਤੇ ਬੱਚੇ ਨਾਲ ਸੀ, ਉਹ ਪੋਸੀਬਲ ਨਹੀਂ ਸੀ। ਸੋ ਡਿਸੀਜਨ ਨਹੀਂ ਹੋਇਆ ਕਿ ਰਾਤ ਹੋਣ ਤੋਂ ਪਹਿਲੇ ਵਾਪਸ ਮੁੜਨਾ ਚਾਹੀਦਾ। ਉਸ ਤੋਂ ਬਾਅਦ ਇਹ ਵਾਪਸੀ ਵੱਲ ਨੂੰ ਅਸੀਂ ਆ ਗਏ ਸੀ। ਕੁਝ ਹੀ ਘੰਟੇ ਵਿੱਚ ਅਸੀਂ ਵਾਪਸ ਆਏ ਤੇ ਤੁਸੀਂ ਖੱਬੇ ਪਾਸੇ ਫੋਰਚੂਨਰ ਖੜੀ ਹੈ, ਇਸ ਦੀ ਹਾਲਤ ਦੇਖ ਸਕਦੇ ਸੀ ਕਿ ਸਨੋ ਦਾ ਲੈਵਲ ਕੀ ਸੀ। ਇੱਕ ਵਾਰ ਫਿਰ ਜੀ ਵਾਪਸੀ ਹੁੰਦੇ ਹੋਏ ਆਪਣੀ ਕਾਰ ਇਦਾਂ ਹੀ ਲੈ ਪਿਕ ਚਲੋ। ਕਰਕੇ ਉਸ ਨੂੰ ਚਲਾਉਂਦੇ ਹੋਏ ਸਨੋ ਦਾ ਲੈਵਲ ਤੁਸੀਂ ਦੇਖ ਹੀ ਰਹੇ ਹੋ ਕਿ ਸਨੋ ਵਧੀ ਹੀ ਜਾ ਰਹੀ ਸੀ। ਸੋ ਇੱਕ ਬਹੁਤ ਹੀ ਸਿਆਣਾ ਡਿਸੀਜਨ ਸੀਗਾ ਸਾਡਾ ਵਾਪਸ ਆ ਜਾਣਾ। ਬਹੁਤ ਹੀ ਵੱਡੀ ਨਹੀਂ ਤਾਂ ਮੁਸ਼ਕਿਲ ਦੇ ਵਿੱਚ ਸਾਰੇ ਫਸ ਸਕਦੇ ਸੀ। ਇਹ ਖੱਬੇ ਪਾਸੇ ਜਿਹੜੀਆਂ ਕਾਰਾਂ ਤੁਸੀਂ ਦੇਖ ਰਹੇ ਹੋ ਹੈਚਬੈਕ, ਇਹ ਸਾਰੀਆਂ ਫਸ ਚੁੱਕੀਆਂ ਸਨ ਤੇ ਸਾਡੇ ਅੱਗੇ ਵਾਲਾ ਕਨਵੇ ਜੋ ਕਾਰਾਂ ਸੀਗੀਆਂ ਉਹ ਟਰੈਕ ਬਣਾਉਂਦੇ ਹੋਏ ਤੇ ਅਸੀਂ ਫੋਲੋ ਕਰਦੇ ਹੋਏ ਉਹਨਾਂ ਦੇ ਪਿੱਛੇ ਜਾ ਰਹੇ ਸੀ। ਵਾਪਸੀ ਕਰਨਾ ਵੀ ਕੋਈ ਆਸਾਨ ਨਹੀਂ ਸੀ। ਕਾਰ ਸਾਡੀ ਇੱਕ ਵਾਰੀ ਫਿਰ ਫਸ ਚੁੱਕੀ ਸੀ। ਜਿੱਥੇ ਵੀ ਥੋੜਾ ਸਾ ਇੰਕਲਾਈਨ ਆਉਂਦੀ ਸੀਗੀ ਉੱਥੇ ਕਾਰ ਫਸ ਜਾਂਦੀ, ਸਕਿਡ ਤੇ ਸਲਿਪ ਹੋਣਾ ਸ਼ੁਰੂ ਹੋ ਜਾਂਦਾ ਸੀ ਤੇ ਇੱਕੋ ਹੀ ਆਪਸ਼ਨ ਬਚਦੀ ਸਾਡੇ ਕੋਲ ਟੋ। ਸਕਾਰਪੀਓ ਸਾਡੇ ਗਿੱਲ ਸਾਹਿਬ ਨੇ ਸਾਨੂੰ ਟੋ ਕਰਕੇ ਲੈ ਗਏ।
ਟੋ ਕਰਨ ਦਾ ਸਿਲਸਿਲਾ ਕਾਫੀ ਦੇਰ ਲੰਬਾ ਚੱਲਿਆ। ਇਸ ਟਾਈਮ ਇੱਕ ਤਾਂ ਬਹੁਤ ਹੀ ਗੱਲ ਮਹਿਸੂਸ ਹੋ ਰਹੀ ਸੀ ਕਿ ਨੈਕਸਟ ਟਾਈਮ ਜਦ ਵੀ ਆਵਾਂਗੇ 4x4 ਕਾਰ ਜ਼ਰੂਰ ਹੋਏਗੀ ਅਤੇ ਜੋ ਵੀ ਸਨੋ ਡਰਾਈਵ ਦੇ ਫੀਚਰਸ ਚਾਹੀਦੇ ਨੇ, ਜੋ ਇਕਵਿਪਮੈਂਟ ਚਾਹੀਦੇ ਨੇ, ਉਹ ਸਾਰੇ ਨਾਲ ਲੈ ਕੇ ਆਵਾਂਗੇ। ਇਸ ਤਰੀਕੇ ਡਰਾਈਵ ਦਾ ਮਜ਼ਾ ਥੋੜ੍ਹਾ ਜਿਹਾ ਕਿਰਕਿਰਾ ਦਾ ਜ਼ਰੂਰ ਹੋ ਜਾਂਦਾ। ਹਾਲਾਂਕਿ ਕਿਸੇ ਨੇ ਕੁਝ ਨਹੀਂ ਕਿਹਾ, ਸਾਰੇ ਸਪੋਰਟਿਵ ਸੀਗੇ, ਨਾਲ ਲੈ ਕੇ ਚੱਲੇ, ਬਟ ਕਿਤੇ ਨਾ ਕਿਤੇ ਬੰਦਾ ਮਹਿਸੂਸ ਤਾਂ ਕਰ ਦੇਗਾ। ਆਇਆ ਕਿਉਂਕਿ ਸਾਰੇ ਮਾਰਨਿੰਗ ਦੇ ਨਿਕਲੇ ਹੋਏ ਸੀ, ਭੁੱਖ ਵੀ ਬਹੁਤ ਲੱਗ ਰਹੀ ਸੀ ਅਤੇ ਇੱਕ ਜਗ੍ਹਾ ਲੰਚ ਨਾਲ ਹੀ ਬਣਾ ਕੇ ਲੈ ਕੇ ਆਏ ਸੀ, ਕਿਉਂਕਿ ਇਸ ਤਰੀਕੇ ਦੇ ਰਸਤੇ ਦੇ ਵਿੱਚ ਬਹੁਤ ਮੁਸ਼ਕਿਲ ਹੈ ਤੁਹਾਨੂੰ ਖਾਣਾ ਕਿਤੋਂ ਮਿਲਣਾ। ਕੋਈ ਖੁੱਲ੍ਹਾ ਰੈਸਟੋਰੈਂਟ ਮਿਲ ਜਾਏ ਉਹੀ ਬਹੁਤ ਵੱਡੀ ਗੱਲ ਹੈ। ਇੱਥੇ ਰੁਕ ਕੇ ਸਭ ਨੇ ਲੰਚ ਕੀਤਾ, ਉਸ ਤੋਂ ਬਾਅਦ ਫਿਰ ਬਾਕੀ ਦੀ ਜਰਨੀ ਆ ਗਈ। ਲੰਚ ਕਰਨ ਤੋਂ ਬਾਅਦ ਅਸੀਂ ਫਿਰ ਆਖਿਰਕਾਰ ਆਪਣੇ ਵਾਲੀ ਕਾਰ ਵੀ ਇੱਕ ਐਕਸਪਰਟ ਡਰਾਈਵਰ ਨੂੰ ਦੇ ਦਿੱਤੀ ਕਿ ਸ਼ਾਇਦ ਉਹ ਹੀ ਬੈਟਰ ਚਲਾ। ਅੱਗੇ ਦੀ ਜਰਨੀ ਦੇ ਵਿੱਚ ਡਰਾਈਵ ਉਹਨਾਂ ਨੇ ਹੀ ਕੀਤੀ। ਬਟ ਗੱਡੀ ਦਾ ਫਸਣਾ ਖਤਮ ਹੀ ਨਹੀਂ ਸੀ ਹੋ ਰਿਹਾ। ਇੱਕ ਵਾਰ ਫਿਰ ਗੱਡੀ ਫਸੀ ਅਤੇ ਇਸ ਵਾਰੀ ਵਿਟਾਰਾ ਨੇ ਟੋ ਕਰਕੇ ਸਾਨੂੰ ਟੋਚਨ ਪਾ ਕੇ ਖਿੱਚਿਆ। ਉਸ ਤੋਂ ਬਾਅਦ ਅਸੀਂ ਇਹ ਸੋਚ ਲਿਆ ਕਿ ਹੁਣ ਟੋਚਨ ਉਤਾਰਨੇ ਨਹੀਂ, ਇਹਦੇ ਨਾਲ ਹੀ ਇੱਦਾਂ ਹੀ ਚੱਲਦੇ ਹਾਂ, ਵਾਰ-ਵਾਰ ਰੁਕ ਕੇ। ਕਾਫੀ ਟਾਈਮ ਵੇਸਟ ਹੋ ਰਿਹਾ ਸੀ। ਜਦੋਂ ਭੀੜ ਜ਼ਿਆਦਾ ਲੱਗੀ ਨਾ ਨਾ ਕੋਈ ਚੱਕਰ ਨਹੀਂ, ਉਹ ਜਿੱਦਾਂ ਮਰਜ਼ੀ ਰੱਖ ਲਓ, ਆਪਾਂ ਫੁੱਲੀ ਕੰਫਰਟੇਬਲ ਹੈ, ਜਿੱਦਾਂ ਮਰਜ਼ੀ ਪਾ ਲਓ। ਮੈਨੂੰ ਆਦਤ ਹੈਗੀ ਹੈ ਕਿ ਕਈ ਬੰਦੇ ਚਿੱਟੀ ਚਾਦਰ ਬਣ ਗਈ ਬਾਈ ਇਹ ਕਿਤੇ ਰਾਤ ਨੂੰ ਮੁੰਡੇ ਵਾਲੇ ਚੀਜ਼ ਚੰਦ ਚਿੱਟਾ ਵੈਦਰ ਕਲੀਅਰ ਹੋ ਗਿਆ, ਚਿੱਟਾ ਹੀ ਚਿੱਟਾ ਚੰਦ ਹੁੰਦਾ ਉਧਰ। Roll slowly to take a left. ਫੇਰ ਵੀ ਭਰੋਸਾ ਹੈ, ਜੇ ਨਾ ਹੋਵੇ ਨਾ ਇੰਨੇ ਤੇ ਨਾ ਟਾਇਰ ਜਾਮ ਕਰਨਾ ਦਾ ਇੱਕੇ ਪਾਸੇ ਲਓ ਜੀ, ਵਾਪਸੀ ਪਹੁੰਚ ਗਏ। ਸੇਮ ਬ੍ਰਿਜ ਜਸਟ ਬਿਫੋਰ ਅਟਲ ਟਨਲ। ਲੈਵਲ ਤੁਸੀਂ ਦੇਖ ਹੀ ਸਕਦੇ ਹੋ, ਸਵੇਰੇ ਸ਼ੁਰੂ ਹੋਇਆ ਸੀ ਉਦੋਂ ਬਰਫ਼ ਦਾ ਕੀ ਸੀ ਅਤੇ ਹੁਣ ਹੋਰ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਹੈ। ਇੱਕ ਬਹੁਤ ਹੀ ਐਡਵੈਂਚਰਸ ਜਰਨੀ ਰਹੀ, ਬਹੁਤ ਹੀ ਸਵਾਦ ਆਇਆ, ਬਹੁਤ ਹੀ ਇੰਜੋਏਬਲ ਸੀ, ਬਹੁਤ ਹੀ ਮੂਵਮੈਂਟਫੁਲ ਸੀ।
ਇਸ ਰਾਈਡ ਦੇ ਖਤਮ ਹੋਣ ਦੀ ਜਿੱਥੇ ਇੱਕ ਪਾਸੇ ਖੁਸ਼ੀ ਵੀ ਹੈ ਬਟ ਦੂਸਰੀ ਤਰਫ ਉਦਾਸੀ ਵੀ ਬਹੁਤ ਹੈ ਕਿ ਬਹੁਤ ਹੀ ਜਲਦੀ ਖਤਮ ਹੋ ਗਈ। ਇੰਜ ਲੱਗਦਾ ਹੈ ਕਿ ਹਲੇ ਵੀ ਕਾਰ ਦੇ ਵਿੱਚ ਪਹਾੜ ਦੀ ਚਾਦਰ ਬਰਫ਼ ਨਾਲ ਜੋ ਢੱਕੀ ਹੋਈ ਹੈ ਉਹਦੇ ਆਲੇ ਦੁਆਲੇ ਉਹ ਪਹਾੜਾਂ ਦੀ ਬੁੱਕਲ ਵਿੱਚ ਅਸੀਂ ਹਲੇ ਵੀ ਉੱਥੇ ਹੀ ਘੁੰਮ ਰਹੇ ਹਾਂ। ਇਹ ਜਰਨੀ ਤਾਂ ਇਹ ਖਤਮ ਹੋ ਗਈ ਹੈ ਬਟ ਇਹ ਬਹੁਤ 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 ਲੰਬੇ ਸਮੇਂ ਤੱਕ ਯਾਦਾਂ ਦੇ ਵਿੱਚ ਰਹੇਗੀ। ਉਮੀਦ ਹੈ ਦੋਸਤੋ ਕਿ ਤੁਹਾਨੂੰ ਵੀ ਇਹ ਜਰਨੀ ਅੱਛੀ ਲੱਗੀ ਹੋਏਗੀ।